ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਇਸ ਵਕਤ ਦੀਆਂ ਖਬਰਾਂ ਦੇ ਉੱਪਰ ਚਰਚਾ ਕਰਨ ਲਈ ਫਿਰ ਆਪਣੇ ਨਾਲ ਪੰਨੂ ਸਾਹਿਬ ਸਟੂਡੀਓ 'ਚ ਨੇ। ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਗੱਲ ਇਹ ਹੈ ਜੀ ਕਿ ਜੰਮੂ ਕਸ਼ਮੀਰ ਧਾਰਾ 370 ਤੋਂ ਫੇਮਸ ਹੋਇਆ ਸੀ ਅਤੇ ਇੱਦਾਂ ਲੱਗਦਾ ਸੀ ਕਿ ਵੀ ਇਹਦੇ ਤੋਂ ਬਾਅਦ ਹੁਣ ਬਹੁਤ ਸਾਰੀਆਂ ਚੇਂਜਿਸ, ਬਹੁਤ ਸਾਰੀਆਂ ਚੀਜ਼ਾਂ ਦਾ ਫਰਕ ਪੈ ਜਾਣਾ ਉੱਥੇ। ਅਤੇ ਹੁਣ ਜਿਹੜਾ ਇੱਕ ਨਵਾਂ ਰੌਲਾ ਪੈ ਗਿਆ, ਮੇਰਾ ਖਿਆਲ ਉਹ ਕਾਫੀ ਦੇਰ ਦੀ ਮੰਗ ਵੀ ਸੀ ਬਹੁਤ ਸਾਰੀਆਂ ਪਾਰਟੀਆਂ ਦੀ, ਉਹ ਇਹ ਸੀ ਕਿ ਜੰਮੂ ਕਸ਼ਮੀਰ ਦੀ ਜਿਹੜੀ ਰਾਜਧਾਨੀ ਉਹ ਗਰਮੀਆਂ ਦੀ ਹੋਰ ਆ ਅਤੇ ਸਿਆਲਾਂ ਦੀ ਹੋਰ ਆ। ਸ੍ਰੀਨਗਰ ਅਤੇ ਜੰਮੂ ਦੇ ਵਿੱਚ ਜਿਹੜਾ ਵਾਰ-ਵਾਰ ਅਫਸਰਸ਼ਾਹੀ ਨੂੰ ਅਤੇ ਫਾਈਲਾਂ ਨੂੰ ਲੈ ਕੇ ਜਾਣਾ ਹੁੰਦਾ ਅਤੇ ਜਿਹੜਾ ਕਹਿੰਦੇ ਦਰਬਾਰ ਚੇਂਜ ਹੁੰਦਾ, ਉੱਤੇ ਬਹੁਤ ਖਰਚਾ ਆਉਂਦਾ ਅਤੇ ਹੁਣ ਆਪਾਂ ਉਸ ਰਵਾਇਤ ਨੂੰ ਖਤਮ ਕਰ ਦੇਣਾ, ਇਹ ਚਰਚਾ ਚੱਲ ਪਈ ਹੈ ਜੀ। ਗੁਰਪ੍ਰੀਤ ਜੀ, ਜਦੋਂ ਤੋਂ ਜੰਮੂ ਕਸ਼ਮੀਰ ਰਿਆਸਤ ਬਣੀ ਹੈ ਜੀ, ਪਹਿਲਾਂ ਰਿਆਸਤ ਜੰਮੂ ਹੁੰਦੀ ਸੀ ਜੀ, ਕਸ਼ਮੀਰ ਰਿਆਸਤ ਨਹੀਂ ਸੀ ਹੁੰਦੀ ਜੀ। ਜਦੋਂ ਅੰਗਰੇਜ਼ਾਂ ਨਾਲ ਸੌਦਾ ਮਾਰ ਕੇ ਅਤੇ ਡੋਗਰਾ ਪਰਿਵਾਰ ਨੇ ਰਿਆਸਤ ਸ਼ੁਰੂ ਕੀਤੀ, ਉਦੋਂ ਤੋਂ ਇਹਨਾਂ ਨੇ ਇੱਕ ਨਵੀਂ ਪਿਰਤ ਪਾ ਲਈ ਕਿ ਇੱਥੇ ਦੋ ਰਾਜਧਾਨੀਆਂ ਹੋਣਗੀਆਂ ਜੀ। ਇੱਕ ਸਰਦੀਆਂ ਦੀ ਰਾਜਧਾਨੀ ਜੰਮੂ, ਇੱਕ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ, ਕਿਉਂਕਿ ਜੰਮੂ 'ਚ ਗਰਮੀ ਲੱਗਦੀ ਹੈ ਅਤੇ ਠੰਡੇ ਇਲਾਕੇ ਚੱਲ ਜਾਈਏ ਜੀ, ਅਤੇ ਉੱਥੇ ਜਦੋਂ ਬਰਫ਼ ਪੈਂਦੀ ਹੈ ਅਤੇ ਉਦੋਂ ਆਪਾਂ ਇੱਥੇ ਆ ਜਾਈਏ ਜਿੱਥੇ ਮੌਸਮ ਠੀਕ ਠਾਕ ਜਾਵੇ ਜੀ। ਇਹਦੇ ਨਾਲ ਜੋੜ ਕੇ ਫਿਰ ਹਰ ਸਾਲ 2 ਵਾਰੀ ਦਰਬਾਰ ਮੂਵ ਹੁੰਦਾ ਸੀ ਜੀ। ਦਰਬਾਰ ਮੂਵ ਦੇ ਵਿੱਚ ਟਰੱਕਾਂ ਦਾ ਕਾਫਲਾ, ਪਤਾ ਨਹੀਂ 2-3 ਹਜ਼ਾਰ ਕਿੰਨੇ ਟਰੱਕ ਚੱਲਦੇ ਆ। ਉਦੋਂ ਫਾਈਲਾਂ ਹੁੰਦੀਆਂ ਸੀ, ਅੱਜ ਕੱਲ੍ਹੀਆਂ ਫਾਈਲਾਂ ਨਹੀਂ, ਕੰਪਿਊਟਰ ਵੀ, ਥੱਬਿਆਂ ਦੇ ਥੱਬੇ, ਸਾਰਾ ਰਿਕਾਰਡ, ਫਰਨੀਚਰ ਵੀ, ਬਹੁਤ ਕੁਛ ਇੱਥੋਂ ਚੁੱਕ ਕੇ ਅਤੇ ਉੱਥੇ ਲਿਜਾਇਆ ਜਾਂਦਾ, ਉੱਥੋਂ ਚੁੱਕ ਕੇ ਅਤੇ ਇੱਥੇ ਲਿਜਾਇਆ ਜਾਂਦਾ ਜੀ। ਮੰਤਰੀਆਂ ਨੂੰ ਵੀ ਦੋਵਾਂ ਥਾਵਾਂ 'ਤੇ ਕੋਠੀਆਂ ਅਲਾਟ ਕਰਨੀਆਂ ਪੈਂਦੀਆਂ ਨੇ। ਸੂਬਾ ਇੱਕੋ, ਰਾਜਧਾਨੀਆਂ ਦੋ ਨੇ ਜੀ। ਹੁਣ ਜਿਵੇਂ ਇੱਕ ਗੱਲ ਦੱਸਦੇ ਹਾਂ ਕਿ ਇਕੱਲਾ ਇਹ ਜੰਮੂ ਕਸ਼ਮੀਰ ਨਹੀਂ ਜਿੱਥੇ ਦੋ ਰਾਜਧਾਨੀ ਹੈ ਜੀ। ਬਹੁਤੇ ਲੋਕਾਂ ਨੂੰ ਪਤਾ ਨਹੀਂ, ਉਹ ਇਹ ਸਮਝਦੇ ਆ ਕਿ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਜੀ। ਪਰ ਆਮ ਤੌਰ 'ਤੇ ਸ਼ਿਮਲਾ, ਉਹਦੀ ਸਰਦੀਆਂ ਦੀ ਰਾਜਧਾਨੀ ਧਰਮਸ਼ਾਲਾ ਹੈ ਜੀ। ਔਰ ਧਰਮਸ਼ਾਲਾ ਤੋਂ ਸਰਦੀਆਂ 'ਚ ਸਰਕਾਰ ਚੱਲਦੀ ਹੈ। ਜਦੋਂ ਬਰਫ਼ ਵੇਖਣ ਨੂੰ ਜੀ ਕਰੇ ਤੇ 6 ਕਿਲੋਮੀਟਰ ਉੱਪਰ ਤਾਂ ਚੜ੍ਹ ਜਾਂਦੇ ਮਕਲੋਡਗੰਜ, ਨਹੀਂ ਤੇ ਧਰਮਸ਼ਾਲਾ 'ਚ ਥੱਲਿਓਂ ਸਾਡੇ ਜਲੰਧਰ ਨਾਲ ਮਿਲਦਾ ਜੁਲਦਾ ਉਹਨਾਂ ਨੂੰ ਮੌਸਮ ਮਿਲ ਜਾਂਦਾ, ਉੱਥੋਂ ਸਰਕਾਰ ਚਲਾਉਂਦੇ ਆ ਜੀ। ਮਹਾਰਾਸ਼ਟਰ ਵਿੱਚ ਤਾਂ ਇਹੋ ਜਿਹੀ ਕੋਈ ਮੌਸਮ ਦੀ ਬਹੁਤੀ ਵੱਡੀ ਤਬਦੀਲੀ ਹੈ ਨਹੀਂ। ਹਾਂਜੀ। ਉੱਥੇ ਵੀ ਗਰਮੀਆਂ ਦੀ ਰਾਜਧਾਨੀ ਜਿਹੜੀ ਆ ਉਹ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਹੈ ਅਤੇ ਸਰਦੀਆਂ ਦੀ ਨਾਗਪੁਰ ਆ ਜੀ। ਪਰ ਉਹਨਾਂ ਦੋਵਾਂ ਥਾਵਾਂ 'ਤੇ ਨਾ ਮਹਾਰਾਸ਼ਟਰ ਵਿੱਚ ਅਤੇ ਨਾ ਹਿਮਾਚਲ ਪ੍ਰਦੇਸ਼ 'ਚ ਕੋਈ ਦਰਬਾਰ ਮੂਵ ਨਹੀਂ ਹੁੰਦਾ ਜੀ। ਦੋਵਾਂ ਥਾਵਾਂ 'ਤੇ ਵੱਖੋ ਵੱਖਰਾ ਅਮਲਾ ਫੈਲਾ ਬੈਠਾ, ਕੁਝ ਸਮਾਨ ਇੱਥੋਂ ਜਾਂਦਾ ਹੋਵੇਗਾ, ਕੁਝ ਟੈਲੀਫੋਨ 'ਤੇ ਸਾਰਦੇ ਹੋਣਗੇ। ਅੱਜ ਕੱਲ੍ਹ ਇੰਟਰਨੈੱਟ ਦਾ ਯੁੱਗ ਹੈ। ਅੱਜ ਕੱਲ੍ਹ ਕਮਿਊਨੀਕੇਸ਼ਨ ਸਿਸਟਮ ਇੰਨਾ ਜਿਹੜਾ ਉਹ ਤਰੱਕੀ ਕਰ ਗਿਆ ਕਿ ਇੱਥੇ ਬੈਠੇ ਜਿਹੜੇ ਸਾਡੇ ਸਾਇੰਸਦਾਨ ਨੇ ਉਹ ਚੰਦਰਮਾ ਅਤੇ ਮੰਗਲ ਦੇ ਘੇਰੇ ਘੇਰੇ ਉਪਗ੍ਰਹਿ ਨੂੰ ਹਦਾਇਤਾਂ ਦਿੰਦੇ ਆ ਅਤੇ ਉਹ ਅੱਗੋਂ ਲਿਖਤੀ ਜਵਾਬ ਭੇਜਦਾ ਕਿ ਮੈਂ ਆਹ ਕੰਮ ਕਰਤਾ ਅਤੇ ਉਹ ਕਰਨਾ ਜੀ। ਇਹ ਕਹਿੰਦੇ ਸਪੀਡ ਘੱਟ ਕਰ ਦਿਓ, ਘੱਟ ਕਰ ਦਿੰਦਾ, ਇਹ ਕਹਿੰਦੇ ਘੇਰੇ ਘੇਰੇ ਘੁੰਮਣ ਲੱਗ ਪਾ। ਉਹ ਮਤਲਬ ਇਹਨਾਂ ਦੇ ਹੁਕਮਾਂ 'ਤੇ ਉੱਥੇ ਚੱਲਣ ਡਿਆ ਜੀ। ਅਤੇ ਇੱਥੇ ਰਾਜਧਾਨੀਆਂ ਦਰਬਾਰ ਮੂਵ ਕਰਨ ਦੀ, ਉਹ ਪੁਰਾਣੇ ਰਾਜਿਆਂ ਵਾਲੇ ਤਮਾਸ਼ੇ ਕਰਨ ਦੀ ਕੀ ਲੋੜ ਰਹਿ ਜਾਂਦੀ ਹੈ ਜੀ। ਇਹਦੀ ਥਾਂ 'ਤੇ ਇਸ ਤਰ੍ਹਾਂ ਕਰਨ ਕਿ ਜਿਨ੍ਹਾਂ ਲੋਕਾਂ ਦੀਆਂ ਕੁਝ ਮਜਬੂਰੀਆਂ ਉੱਥੇ ਸ੍ਰੀਨਗਰ ਛੱਡ ਨਹੀਂ ਸਕਦੇ, ਪਰਿਵਾਰ ਨੇ, ਉਹਨਾਂ ਦੇ ਬੱਚੇ ਉੱਥੇ ਦਾਖਲ ਨੇ ਸਕੂਲਾਂ 'ਚ, ਕਾਲਜਾਂ 'ਚ, ਉਹਨਾਂ ਨੂੰ ਪੱਕੇ ਤੌਰ 'ਤੇ ਉੱਥੇ ਰੱਖਿਆ ਜਾਵੇ, ਦੂਜਿਆਂ ਨੂੰ ਜੰਮੂ ਰੱਖਿਆ ਜਾਵੇ। ਦੋਵਾਂ ਥਾਵਾਂ ਤੋਂ ਸਾਡੇ ਇੱਥੇ ਕੁਝ ਮਹਿਕਮੇ ਇਹੋ ਜਿਹੇ ਆ ਜਿਹੜੇ ਦਿੱਲੀ ਤੋਂ ਨਹੀਂ ਚੱਲਦੇ, ਭਾਰਤ ਸਰਕਾਰ ਦੇ ਕੰਟਰੋਲ ਵਿੱਚ ਨੇ। ਕੋਈ ਮੁੰਬਈ ਤੋਂ ਚੱਲਦਾ, ਕੋਈ ਬੰਗਲੌਰ ਤੋਂ ਚੱਲਦਾ, ਕੋਈ ਕਿਤੇੋਂ ਚੱਲਦਾ ਜੀ। ਵੱਖ-ਵੱਖ ਥਾਵਾਂ ਚੱਲਦਾ। ਸਾਡਾ ਪੰਜਾਬ ਦਾ ਐਕਸਾਈਜ਼ ਐਂਡ ਟੈਕਸੇਸ਼ਨ ਪਟਿਆਲੇ ਤੋਂ ਚੱਲਦਾ ਪਿਆ। ਸਾਡੀ ਪੰਜਾਬ ਦੀ ਰੇਲਵੇ ਪੁਲਿਸ ਦਾ DGP ਉੱਥੇ ਬੈਠਦਾ ਪਟਿਆਲੇ 'ਚ ਜੀ। ਸਾਡਾ ਭਾਸ਼ਾ ਵਿਭਾਗ ਉਹ ਪਟਿਆਲੇ 'ਚ ਬੈਠਦਾ। ਇੱਦਾਂ ਅੱਡ-ਅੱਡ ਥਾਵਾਂ ਦੇ ਉੱਤੇ ਬੈਠ ਕੇ ਕੰਮ ਚਲਾਏ ਜਾ ਸਕਦੇ ਆ। ਇਹਦੇ ਵਾਸਤੇ ਦਰਬਾਰ ਮੂਵ ਹਰ ਵਾਰੀ ਕਰਕੇ ਗੱਡੀਆਂ ਦਾ ਕਾਫਲਾ ਲੈ ਕੇ ਜਾਓ, ਉਹਦੇ ਉੱਤੇ ਕਈ 100 ਕਰੋੜ ਰੁਪਈਆ ਜਾਣ 'ਤੇ ਲੱਗ ਜਾਏ, ਕਈ 100 ਕਰੋੜ ਰੁਪਈਆ ਆਉਣ 'ਤੇ ਲੱਗ ਜਾਵੇ ਜੀ। ਅਤੇ ਪੈਸਾ ਤਾਂ ਸਾਰਾ ਇੱਦਾਂ ਹੀ ਖੂਹ ਖਾਤੇ ਪੈ ਗਿਆ, ਲੋਕਾਂ ਦਾ ਵਿਕਾਸ ਕਾਹਦੇ ਨਾਲ ਕਰਨਾ ਜੀ। ਇਹ ਜਿਹੜੀ ਚੰਦਰੀ ਬਿਮਾਰੀ ਪੈ ਚੁੱਕੀ ਹੈ, ਇਸ ਪਿਰਤ ਨੂੰ ਰੋਕਣਾ ਚਾਹੀਦਾ। ਪਰ ਰੋਕਣ ਵਾਸਤੇ ਕੀ ਕੀਤਾ ਜਾਵੇ? ਭਾਰਤੀ ਜਨਤਾ ਪਾਰਟੀ ਤੋਂ ਹੀ ਆਸ ਰੱਖਣੀ ਔਖੀ ਹੈ ਕਿ ਸ੍ਰੀਨਗਰ 'ਚ ਰਾਜਧਾਨੀ ਬਣਾ ਦੂ ਜੀ। ਇਹ ਤਾਂ ਕਹਿਣਗੇ ਜੰਮੂ 'ਚ ਬਣਾ ਦਈਏ, ਕਿਉਂਕਿ ਜੰਮੂ 'ਚ ਇੱਕ ਭਾਈਚਾਰਾ ਵੱਧ ਗਿਣਤੀ 'ਚ ਆ ਜਿਹੜਾ ਇਹਨਾਂ ਦੀਆਂ ਵੋਟਾਂ ਇਹ ਸ੍ਰੀਨਗਰ ਨੂੰ ਨਹੀਂ ਬਣਨਗੇ। ਇਹਨਾਂ ਬਿਹਤਰ ਹੈ ਜਾਂ ਤਾਂ ਫਿਰ ਦੋਵਾਂ ਦੇ ਅੱਧ ਵਿਚਾਲੇ ਜੀ, ਜਿੱਥੋਂ ਜਾ ਕੇ ਜੰਮੂ ਖਤਮ ਹੁੰਦਾ ਅਤੇ ਸ੍ਰੀਨਗਰ ਸ਼ੁਰੂ ਹੁੰਦਾ, ਦੋਵੇਂ ਅੱਡ ਅੱਡ ਡਿਵੀਜ਼ਨਾਂ ਨੇ,
ਉੱਥੋਂ ਜਿੱਥੋਂ ਸ੍ਰੀਨਗਰ ਵਾਲੀ ਡਿਵੀਜ਼ਨ ਕਸ਼ਮੀਰ ਡਿਵੀਜ਼ਨ ਸ਼ੁਰੂ ਹੁੰਦੀ ਹੈ ਉਹਦੇ ਸਿਰੇ ਦੇ ਉੱਤੇ ਆ ਕੇ ਅਨੰਤਨਾਗ ਪੈਂਦਾ ਜੀ। ਅਨੰਤਨਾਗ ਤੋਂ ਉਹਨਾਂ ਕਿ ਸ੍ਰੀਨਗਰ ਆ, ਉਹਨਾਂ ਕਿ ਜੰਮੂ ਆ, ਔਰ ਵੱਡਾ ਜ਼ਿਲ੍ਹੇ ਦਾ ਹੈੱਡਕੁਆਟਰ ਆ ਜੀ। ਉੱਥੇ ਵਿਚਾਲੇ ਰਾਜਧਾਨੀ ਬਣਾ ਦੇਣ ਤੇ ਜਾਂ ਦਰਬਾਰ ਮੂਵ ਬੰਦ ਕਰ ਦੇਣ। ਗਰਮੀਆਂ ਦੇ ਵਿੱਚ ਉੱਥੋਂ ਕੰਮ ਚਲਾ ਲਿਆ ਕਰਨ, ਸਰਦੀਆਂ ਜਿੱਥੋਂ ਚਲਾ ਲਿਆ ਕਰਨ, ਪਰ ਦਰਬਾਰ ਮੂਵ ਨਾ ਕਰਨ। ਜੋ ਵੀ ਕਰਨਾ ਕੰਪਿਊਟਰ ਦੇ ਉੱਤੇ। ਅੱਜ ਕੱਲ੍ਹ ਤੇ ਕਈ ਦੇਸ਼ਾਂ ਨੇ ਈ ਵੀਜ਼ਾ ਕਰਤੇ ਹੋ ਕੰਪਿਊਟਰ ਦੇ ਉੱਤੇ, ਜਿੱਦਾਂ ਅਸੀਂ ਈਮੇਲ ਕਰਦੇ ਹਾਂ ਉਸੇ ਤਰ੍ਹਾਂ ਉਹ ਈ ਵੀਜ਼ਾ ਕਰੀ ਜਾਂਦੇ ਨੇ। ਜੀ। ਈ ਬੈਂਕਿੰਗ ਚੱਲਦੀ ਹੈ ਤੇ ਫਿਰ ਈ ਗਵਰਨਮੈਂਟ ਕਿਉਂ ਨਾ ਚੱਲੇ। ਜੀ। ਇਸ ਨੈੱਟ ਬੈਂਕਿੰਗ ਦੇ ਵਾਂਗ ਨੈੱਟ ਗਵਰਨਮੈਂਟ, ਨੈੱਟ ਐਡਮਿਨਿਸਟ੍ਰੇਸ਼ਨ ਚਲਾਈ ਜਾ ਸਕਦੀ ਹੈ। ਦਰਬਾਰ ਮੂਵ ਬੰਦ ਕਰਨਾ ਚਾਹੀਦਾ। ਇੱਕ ਰਾਜਧਾਨੀ ਬਣਾਉਣ ਦੇ ਚੱਕਰ ਵਿੱਚ ਨਵਾਂ ਰਫੜ ਨਹੀਂ ਪਾਉਣਾ ਚਾਹੀਦਾ, ਤੇ ਜੇ ਪਾਉਣਾ ਹੀ ਆ ਤੇ ਫਿਰ ਦੋਵੇਂ ਰਾਜਧਾਨੀਆਂ ਤੋੜ ਕੇ ਵਿਚਾਲੇ ਬਣਾ ਦੇਣੀ ਚਾਹੀਦੀ ਆ ਜੀ। ਨਹੀਂ ਤਾਂ ਫਿਰ ਰਿਟਕਾ ਪਿਆ ਪਏਗਾ ਜੀ। ਅੱਛਾ, ਅਗਲੀ ਗੱਲ ਪਨੂ ਸਾਹਿਬ ਇਸੇ ਹੀ ਨਾਲ ਲਿੰਕਡ ਮੈਂ ਪੁੱਛਣੀ ਚਾਹੁੰਦਾ। ਪਾਕਿਸਤਾਨ ਦੇ ਇਮਰਾਨ ਖਾਨ ਸਾਹਿਬ ਮੇਰਾ ਖਿਆਲ ਪੂਰੀ ਦੁਨੀਆ 'ਚ ਥਾਂ ਥਾਂ ਉਹਨਾਂ ਨੇ ਘੁੰਮ ਲਿਆ, ਤੇ ਕੱਲ੍ਹ ਆਪਾਂ ਗੱਲ ਕੀਤੀ ਸੀ, ਸ਼ਾਇਦ ਉਹ ਕਹਿੰਦੇ ਵੀ ਹੁਣ ਅਸੀਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੱਕ ਵੀ ਜਾਣਾ, ਪਰ ਉਹ ਵੀ ਤੁਸੀਂ ਦੱਸਤਾ ਵੀ ਕੋਈ ਫਾਇਦਾ ਨਹੀਂ। ਹੁਣ ਜਿਹੜੀ ਨਵੀਂ ਉਹਨਾਂ ਨੇ ਤਹਿਰੀਕ ਇਨਸਾਫ ਉਹਨਾਂ ਦੀ ਪਾਰਟੀ ਦਾ ਨਾਂ ਹੈ, ਉਹਨੇ ਵੱਲੋਂ ਬਿਆਨ ਦਿੱਤਾ ਵੀ ਜਿੱਥੇ ਜਿੱਥੇ ਵੀ ਸਾਡੇ ਲੋਕ ਬੈਠੇ ਨੇ ਅਸੀਂ ਵਿਸ਼ਵ ਪੱਧਰ ਦੇ ਉੱਪਰ ਅਲੱਗ-ਅਲੱਗ ਥਾਵਾਂ ਦੇ ਉੱਪਰ ਇਸ ਚੀਜ਼ ਦਾ ਪ੍ਰੈਸ਼ਰ ਬਿਲਡਅਪ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵੀ ਭਾਰਤ ਨੇ ਸਾਡੇ ਨਾਲ ਧੱਕਾ ਕੀਤਾ। ਹੁਣ ਇਹ ਇੱਕ ਜਿਹੜੀ ਨਵੀਂ ਸਟ੍ਰੈਟਜੀ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਆ? ਇਹ ਕਿੰਨਾ ਕੁ ਪ੍ਰੈਸ਼ਰ ਬਿਲਡ ਕਰਨਗੇ? ਬਲੋਚ ਇਹਨਾਂ ਦੇ ਖਿਲਾਫ ਪ੍ਰੈਸ਼ਰ ਬਿਲਡ ਕਰਦੇ ਆ ਕਿ ਸਾਡੇ ਨਾਲ ਪਾਕਿਸਤਾਨ ਧੱਕਾ ਕਰਦਾ ਜੀ। ਸਿੰਧੀ ਇਹਨਾਂ ਦੇ ਖਿਲਾਫ ਕਰਦੇ ਨੇ, ਮੁਹਾਜਿਰ ਇਹਨਾਂ ਦੇ ਖਿਲਾਫ ਕਰਦੇ ਨੇ, ਪਖਤੂਨ ਕਰਦੇ ਨੇ। ਪ੍ਰੈਸ਼ਰ ਤਾਂ ਇਹਨਾਂ ਦੇ ਖਿਲਾਫ ਹੈ। ਭਾਰਤ ਸਰਕਾਰ ਨੇ ਵੀ ਤੇ ਸਾਰੀ ਦੁਨੀਆ ਤੇ ਇਹਨਾਂ ਦੇ ਖਿਲਾਫ ਪ੍ਰੈਸ਼ਰ ਬਿਲਡ ਕੀਤਾ ਪਿਆ ਕਿ ਦੁਨੀਆ ਦੀ ਕਿਸੇ ਨੁੱਕਰ 'ਚ ਕੋਈ ਅੱਤਵਾਦੀ ਵਾਰਦਾਤ ਹੋਵੇ ਜੀ, ਤੇ ਜੇ ਪੈੜ ਲੱਭੋ, ਜਿੱਦਾਂ ਪੁਰਾਣੇ ਖੋਜੀ ਖੁਰਾ ਲੱਭਦੇ ਹੁੰਦੇ ਸੀ, ਖੁਰਾ ਹਰ ਵਾਰੀ ਪਾਕਿਸਤਾਨ ਵਿੱਚ ਕਿਉਂ ਜਾਂਦਾ ਜੀ? ਆਖਿਰ ਕੋਈ ਪਤਾ ਤੇ ਲੱਗਣਾ ਚਾਹੀਦਾ। ਜਿਨ੍ਹਾਂ ਨੇ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਦੇ ਟਾਵਰਾਂ ਦੇ ਉੱਤੇ ਜਹਾਜ਼ ਮਾਰੇ ਸੀ, ਉਹ ਵੀ ਪਾਕਿਸਤਾਨ 'ਚੋਂ ਟ੍ਰੇਨਿੰਗ ਲੈ ਕੇ ਗਏ ਸੀ। ਦੁਨੀਆ ਦਾ ਸਭ ਤੋਂ ਵੱਡਾ ਟੈਰਰਿਸਟ ਉਸਾਮਾ ਬਿਨ ਲਾਦਨ ਇੱਥੇ ਸੀ, ਤੇ ਇਹਦੇ ਬਾਰੇ ਭਾਰਤ ਨੇ ਸਭ ਤੋਂ ਵੱਧ ਪ੍ਰੈਸ਼ਰ ਬਿਲਡ ਪਾਕਿਸਤਾਨ ਦੇ ਖਿਲਾਫ ਕੀਤਾ, ਤੇ ਅੱਜ ਦੁਨੀਆ ਭਰ ਦੇ ਦੇਸ਼ ਇਹਨੂੰ ਆਪਣੇ ਨਾਲੋਂ ਵੱਖਰਾ ਕਰੀ ਬੈਠੇ ਨੇ। ਇਹ UN ਸਿਕਿਉਰਿਟੀ ਕੌਂਸਲ ਵਿੱਚ ਜਾਂਦਾ, ਉੱਥੇ ਦੀ ਕੋਈ ਨਹੀਂ ਸੁਣਦਾ। ਇਹਨਾਂ ਦੇ ਵਿਦੇਸ਼ ਮੰਤਰੀ ਨੇ ਆਖਿਆ ਸੀ ਸਿਕਿਉਰਿਟੀ ਕੌਂਸਲ ਵਿੱਚ ਨਹੀਂ ਸੁਣੀਗੀ ਤੇ ਨਾ ਸੀ। ਹੁਣ ਅਸੀਂ ਦੋ ਥਾਵਾਂ ਬਾਰੇ ਸੋਚ ਰਹੇ ਹਾਂ ਜੀ। ਸਾਡੀ ਪਹਿਲੀ ਕੋਸ਼ਿਸ਼ ਤਾਂ ਇਹ ਹੈ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਜਾਈਏ, ਤੇ ਇਹਨਾਂ ਦੇ ਆਪਣੇ ਦੇਸ਼ 'ਚੋਂ ਗੱਲ ਉੱਠੀ ਕਿ ਅੱਗੇ ਕੁਲਭੂਸ਼ਣ ਜਾਧਵ ਦਾ ਕੇਸ ਉੱਥੇ ਗਿਆ ਸੀ, ਉੱਥੋਂ ਕਿਹੜੇ ਮਖਾਣੇ ਲੈ ਕੇ ਆਏ ਜੀ। 16 ਜੱਜ ਬੈਠੇ ਸੀ, 16 ਚੋਂ 15 ਨੇ ਤੁਹਾਡੇ ਖਿਲਾਫ ਫੈਸਲਾ ਦਿੱਤਾ, ਸਿਰਫ ਇੱਕ ਤੁਹਾਡੇ ਨਾਲ, ਤੇ ਇਸ ਕਰਕੇ ਕਿ ਉਹ ਪਾਕਿਸਤਾਨੀ ਨਾਗਰਿਕ ਹੈ। ਜੀ। ਦੂਸਰਾ ਤੁਹਾਡੇ ਨਾਲ ਖਲੋਤਾ ਕੋਈ ਨਹੀਂ। ਦੁਨੀਆ ਦੇ 192 ਦੇਸ਼ ਤੇ ਤੁਹਾਡੇ ਖਿਲਾਫ ਆ। ਜਦੋਂ ਤੁਸੀਂ UN ਹਿਊਮਨ ਰਾਈਟਸ ਕਮਿਸ਼ਨ ਜਾਓਗੇ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤਾਂ ਹੇਗ ਵਿੱਚ ਆ, ਹਾਲੈਂਡ ਦੇ ਵਿੱਚ ਜੀ। ਤੇ ਜਿਹੜਾ UN ਹਿਊਮਨ ਰਾਈਟਸ ਕਮਿਸ਼ਨ ਆ ਉਹ ਜਨੇਵਾ ਦੇ ਵਿੱਚ ਆ, ਸਵਿਟਜ਼ਰਲੈਂਡ 'ਚ। ਉੱਥੇ ਵੀ ਤੇ ਦੇਸ਼ਾਂ ਦੀ ਗਿਣਤੀ ਹੋਣੀ ਹੈ ਨਾ ਜੀ। ਤੁਹਾਡੇ ਨਾਲ ਦੇਸ਼ ਕਿੰਨੇ ਆ? ਜੇ ਉਹ ਦੇਸ਼ ਸਾਰੇ ਦੇ ਸਾਰੇ ਫਿਰ ਤੁਹਾਡੇ ਖਿਲਾਫ ਉੱਥੇ ਭੁਗਤ ਜਾਂਦੇ ਆ ਤੇ ਰਹਿ ਜਾਂਦੇ ਆ ਚੀਨ ਵਾਲੇ ਇਕੱਲੇ ਤੁਹਾਡੇ ਨਾਲ, ਤੇ ਫਿਰ ਮੈਂ ਤੇ ਮਾਸੀ ਇੱਕ ਹੀ, ਤੁਸੀਂ ਕਰੋਗੇ ਕੀ? ਤੁਹਾਡੇ ਪੱਲੇ ਕੀ ਰਹਿ ਜੂ ਜੀ। ਇਹਦੇ ਦੌਰਾਨ ਇੱਕ ਨਵੀਂ ਗੱਲ ਆ ਗਈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਖਿਆ ਕਿ ਅਸੀਂ ਆਪਣੇ ਕਾਨੂੰਨ ਮੰਤਰਾਲੇ ਨੂੰ ਆਖਿਆ ਕਿ ਤੁਸੀਂ ਕੇਸ ਬਣਾਓ, ਜਿਹੜੀ ਫਾਈਲ ਅਸੀਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕੋਲ ਲੈ ਜਾਈਏ ਜੀ। ਜਾਂ UN ਹਿਊਮਨ ਰਾਈਟਸ ਕਮਿਸ਼ਨ ਕੋਲ ਚੱਲ ਜਾਈਏ। ਤੇ ਅੱਗੋਂ ਕਾਨੂੰਨ ਮੰਤਰਾਲੇ ਨੇ ਆਖਿਆ ਕਿ ਇਸ ਬੇਲੋੜੀ ਐਕਸਰਸਾਈਜ਼ ਤੇ ਪੈਸਾ ਫੂਕਣ ਦਾ ਫਾਇਦਾ ਕੋਈ ਨਹੀਂ। ਜੇ ਅਸੀਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਲੈ ਜਾਂਦੇ ਹਾਂ, ਪਹਿਲੀ ਗੱਲ ਤਾਂ ਕੇਸ ਕਮਜ਼ੋਰ ਹੈ। ਦੂਜੀ ਗੱਲ ਇਹ ਕਿ ਜੇ ਉਹ ਸਾਡੇ ਹੱਕ 'ਚ ਫੈਸਲਾ ਦੇ ਵੀ ਦੇਵੇ ਤੇ ਉਹਦਾ ਕੋਈ ਵੀ ਫੈਸਲਾ ਮੰਨਣਾ ਕਿਸੇ ਵੀ ਦੇਸ਼ ਵਾਸਤੇ ਜ਼ਰੂਰੀ ਨਹੀਂ ਹੁੰਦਾ। ਤੁਸੀਂ ਵੱਧ ਤੋਂ ਵੱਧ ਉਹਨੂੰ ਇੱਕ ਛਣਕਣੇ ਵਾਂਗ ਛਣਕਾ ਕੇ ਸਾਰੀ ਦੁਨੀਆ 'ਚ ਹੋਕਾ ਦੇ ਸਕਦੇ ਆ, ਤੇ ਸਿਰਫ ਹੋਕਾ ਦੇਣ ਵਾਸਤੇ ਤੁਸੀਂ ਇਹੋ ਜਿਹੀ ਖੇਚਲ ਕਿਉਂ ਕਰਨਾ ਚਾਹੁੰਦੇ ਹੋ ਜੀ। ਇਹਦੇ ਉੱਤੇ ਆ ਕੇ ਇਹਨਾਂ ਦੇ ਵਿੱਚ ਵੀ ਮਤਭੇਦ ਹੋ ਗਏ। ਉਹ ਮਤਭੇਦ ਪਾਕਿਸਤਾਨ ਦੀ ਫੌਜ ਦੇ ਨਾਲ ਵੀ, ਇਮਰਾਨ ਖਾਨ ਨਾਲ। ਜਦੋਂ ਸਾਰਾ ਟੱਬਰ ਹੀ ਪਾਟਾ ਪਿਆ ਹੋਵੇ, ਫੌਜ ਕੁਝ ਹੋਰ ਸੋਚਦੀ ਹੈ, ਕਾਨੂੰਨ ਮੰਤਰਾਲਾ ਹੋਰ ਸੋਚਦਾ, ਵਿਦੇਸ਼ ਮੰਤਰੀ ਕੁਝ ਹੋਰ ਕਹਿੰਦਾ, ਪ੍ਰਧਾਨ ਮੰਤਰੀ ਕੁਝ ਹੋਰ ਕਹਿੰਦਾ, ਪ੍ਰਧਾਨ ਮੰਤਰੀ ਦੀ ਆਪਣੀ ਪਾਰਟੀ ਉਹਦੇ ਖਿਲਾਫ ਕੁਝ ਹੋਰ ਕਹਿੰਦੀ ਪਈ ਹੈ। ਜੀ। ਜਦੋਂ ਟੱਬਰ ਦੇ ਵਿੱਚ ਹੀ ਇੱਕ ਰਾਏ ਨਹੀਂ ਬਣਦੀ, ਸਾਰਾ ਟੱਬਰ ਅੱਡੋ ਅੱਡ ਪਾਸੇ ਤੁਰਿਆ ਫਿਰਦਾ, ਤੇ ਫਿਰ ਦੁਨੀਆ ਦੀ ਕਿਸੇ ਵੀ ਨੁੱਕਰ ਵਿੱਚ ਚੱਲ ਜਾਣ, ਕਿਸੇ ਵੀ ਫੋਰਮ ਵਿੱਚ ਚੱਲ ਜਾਣ, ਉੱਥੋਂ ਪੂਰੀਆਂ ਕੀ ਪਾ ਕੇ ਆਉਣਗੇ? ਜਿਹੜੇ ਘਰ ਦੇ ਵਿੱਚ ਲੜੀ ਜਾਂਦੇ ਨੇ, ਬਾਹਰ ਲੜੀ ਜਾਂਦੇ ਨੇ, ਸਭ ਥਾਵਾਂ 'ਤੇ ਲੜੀ ਜਾਂਦੇ ਨੇ। ਇਹਨਾਂ ਦੀਆਂ ਆਪਣੀਆਂ ਵਿਰੋਧੀ ਪਾਰਟੀਆਂ, ਇਹਨਾਂ ਨੇ ਕੌਮੀ ਅਸੈਂਬਲੀ ਦਾ ਸਮਾਗਮ ਸੱਦਿਆ ਤੇ ਭਾਰਤ ਦੇ ਖਿਲਾਫ, ਤੇ ਉੱਥੇ ਤੂੰ ਮੈਂ ਇੰਨੀ ਵੱਧ ਗਈ ਕਿ ਵਿਰੋਧੀ ਧਿਰ ਦੇ ਇੱਕ ਮੈਂਬਰ ਨੇ ਇਹਨਾਂ ਦੇ ਇੱਕ ਸਭ ਤੋਂ ਜ਼ਿਆਦਾ ਬੋਲਣ ਵਾਲੇ ਮੰਤਰੀ ਬਾਰੇ
ਜਿਹੜੇ ਲਫ਼ਜ਼ ਵਰਤੇ ਅਸੀਂ ਮੁੜ ਦੁਹਰਾਉਂਦੇ ਚੰਗੇ ਨਹੀਂ ਲੱਗਦੇ ਕਿ ਮੈਂ ਤਾਂ ਤੈਨੂੰ ਘਰ ਕਿਲੇ ਨਾਲ ਬੰਨ੍ਹ ਕੇ ਆਇਆ ਸੀ, ਤੂੰ ਇੱਥੇ ਕਰਨ ਆ ਗਿਆ। ਜਦੋਂ ਆਪਣੇ ਦੇਸ਼ ਦੀ ਵਿਰੋਧੀ ਧਿਰ ਵੀ ਨਾਲ ਨਹੀਂ, ਬਾਕੀ ਵੀ ਕੋਈ ਨਾਲ ਨਹੀਂ ਗਏ, ਤੇ ਫਿਰ ਇਹੋ ਜਿਹੇ ਹਾਲਾਤ ਵਿੱਚ ਇਮਰਾਨ ਖਾਨ ਦੁਨੀਆ ਦੇ ਵਿੱਚ ਜਾ ਕੇ ਪ੍ਰੈਸ਼ਰ ਬਿਲਡ, ਉਹ ਕਹਿੰਦੇ ਬੜਾ ਦੁਨੀਆ ਦੇ ਉੱਤੇ ਘੁੰਮਾਇਆ ਇਮਰਾਨ ਖਾਨ, ਘੁੰਮ ਤੇ ਕ੍ਰਿਕਟ ਖੇਡਦਿਆਂ ਵੀ ਬਹੁਤ ਆਇਆ ਸੀ। ਹੁਣ ਤਾਂ ਉਹ ਆਪਣੇ ਦੇਸ਼ ਦੇ ਅੰਦਰ ਹੀ ਘੁੰਮੀ ਜਿਹਾ ਜਾਂਦਾ, ਪਤਾ ਨਹੀਂ ਕੌਣ ਕੌਣ ਉਹਨੂੰ ਘੁਮਾਈ ਜਾਂਦਾ, ਐ ਚੱਕਰੀ ਵਾਂਗ ਉੱਥੇ ਹੀ ਘੁੰਮਿਆ ਪਿਆ, ਉਹ ਚੋਂ ਨਿਕਲਦਾ ਕੱਖ ਨਹੀਂ, ਸਿਰਫ ਚੱਕਰ ਹੀ ਦਿਸਦੇ ਨੇ, ਇੰਨੇ ਕੁ ਆ ਗਏ। ਪਰ ਸਾਹਿਬ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਤੇ ਤੁਸੀਂ ਇਹ ਕਿਹਾ ਸੀ ਕਿ ਚਿਦੰਬਰਮ ਸਾਹਿਬ ਦਾ ਕਾਬੂ ਆਉਣਾ ਲਗਭਗ ਤੈਅ ਆ, ਤੇ ਕੱਲ੍ਹ ਆਪਣੇ ਗੱਲ ਕਰਦਿਆਂ ਹਨੇਰੇ ਜਿਹੜਾ CBI ਨੇ ਜਿਵੇਂ ਅਰੈਸਟ ਕੀਤਾ ਤੇ ਜਿਵੇਂ ਉਹ ਸਾਰਾ ਕੁਝ ਹੋਇਆ ਵਾਪਰਿਆ, ਉਹਦੇ ਤੋਂ ਬਾਅਦ ਹੁਣ ਜਿਹੜੀ CBI ਹੈ ਉਹਨੇ ਕਹਿਤਾ ਕਿ ਵੀ ਭਾਵੇਂ ਜੋ ਮਰਜ਼ੀ ਹੈ ਜੀ, ਜੋ ਮਰਜ਼ੀ ਤੁਸੀਂ ਕਹੀ ਜਾਓ, ਪਰ ਸਾਨੂੰ 5 ਦਿਨ ਦਾ ਰਿਮਾਂਡ ਚਾਹੀਦਾ ਤੇ ਅਸੀਂ ਬਹੁਤ ਸਾਰੀ ਅਜੇ ਤਹਿਕੀਕਾਤ ਕਰਨੀ ਹੈ, ਤਫਤੀਸ਼ ਕਰਨੀ ਹੈ। ਇਹ ਗ੍ਰਿਫਤਾਰੀ ਤੇ ਉਦੋਂ ਬਾਅਦ ਇਸ ਤਰ੍ਹਾਂ ਦੇ ਰਿਮਾਂਡ ਦੀਆਂ ਗੱਲਾਂ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਜਿੱਥੋਂ ਤੱਕ ਤਾਂ ਦੋਸ਼ ਦਾ ਸਵਾਲ ਆ ਜੀ, ਉਹ ਤਾਂ ਉਦੋਂ ਹੀ ਸਾਬਤ ਹੋ ਜਾਂਦਾ ਜਦੋਂ ਇੰਦਰਾਣੀ ਮੁਖਰਜੀ ਕਹਿੰਦੀ ਹੈ ਕਿ 305 ਕਰੋੜ ਦਾ ਕੇਸ ਸੀ ਤੇ ਉਹ 'ਚੋਂ 20% ਅਸੀਂ ਇਹਨੂੰ ਕਮਿਸ਼ਨ ਦਿੱਤਾ ਜੀ, 20% ਤਾਂ ਫਿਰ 61 ਕਰੋੜ ਬਣ ਜਾਂਦਾ ਜੀ, ਪਰ ਉਹ ਕੁਝ ਲੱਖਾਂ 'ਚ ਕਹਿੰਦੀ ਹੈ ਕਿ ਇੰਨੇ ਪੈਸੇ ਮੈਂ ਦਿੱਤੇ, ਫਿਰ ਉਹ 5% ਨਹੀਂ ਜਾਂ ਤਾਂ 0.5% ਹੋਏਗਾ ਜੀ। ਇਹ ਗੱਲ ਕੀ ਹੋਈ ਹੈ ਜੇ ਕਿਸੇ ਨੂੰ ਸਮਝ ਨਹੀਂ ਆਉਂਦੀ ਪਈ। ਹੁਣ ਇੱਕ ਤਾਂ ਇਹ ਗੱਲ ਹੈ ਕਿ ਇਹਨਾਂ ਕੋਲ ਸਬੂਤ ਤਾਂ ਉਹਦਾ ਬਿਆਨ, ਇਕਬਾਲੀਆ ਬਿਆਨ ਹੀ ਹੈ ਕਿ ਮੈਂ ਰਿਸ਼ਵਤ ਦਿੱਤੀ ਤੇ ਇਹਨੇ ਪੈਸੇ ਦੇ ਕੇ ਤੋਂ ਕੰਮ ਕਰਵਾਇਆ ਜੀ, ਉਹਦਾ ਵਾਦਾ ਮਾਫੂਗਾ ਬਣੇ। ਪਰ ਜਦੋਂ ਗੱਲ 'ਚ ਰੱਸਾ ਪਾਉਣਾ ਹੀ ਹੋਵੇ, ਹਿੰਦੁਸਤਾਨ ਦਾ ਕਾਨੂੰਨ ਇਸ ਤਰ੍ਹਾਂ ਦਾ ਕਿ ਪੁਲਿਸ, ਐਨਫੋਰਸਮੈਂਟ ਡਾਇਰੈਕਟੋਰੇਟ, ਇਨਕਮ ਟੈਕਸ ਵਿਭਾਗ, ਇਹ ਕਿਸੇ ਵੀ ਬੰਦੇ ਨੂੰ ਕਿਸੇ ਵੀ ਵਕਤ ਘੇਰ ਸਕਦੇ ਆ। ਉਹਦਾ ਰਿਮਾਂਡ ਆਖਣਗੇ ਜੀ ਕਾਹਦੇ ਲੈਣਾ, ਜਦੋਂ ਕੇਸ ਹੀ ਓਪਨ ਐਂਡ ਸ਼ਟ, ਗਵਾਹ ਕਹਿੰਦੇ ਆ ਵੀ ਇਹਨੂੰ ਪੈਸੇ ਦਿੱਤੇ, ਉਹਨਾਂ ਕੋਲ ਸਬੂਤ ਵੀ ਹੈਗੇ ਨੇ ਜੀ, ਤੇ ਰਿਮਾਂਡ ਕਾਹਦੇ ਲੈਣਾ? ਤੇ ਉਹ ਕਹਿਣਗੇ ਜੀ ਰਿਮਾਂਡ 2 ਗੱਲਾਂ ਲਈ ਲੈਣਾ। ਪਹਿਲੀ ਗੱਲ ਤੇ ਇਹ ਕਿ ਜਿਹੜੇ ਨੇ ਪੈਸੇ ਲਏ ਸੀ ਉਹ ਤੋਂ ਬਰਾਮਦ ਕਰਾਉਣੇ ਜੀ, ਤੇ ਦੂਜਾ ਇਹ ਕਿ ਤੋਂ ਪੁੱਛਣਾ ਕਿ ਜਿਹੜੇ ਇਹਨਾਂ ਤੋਂ ਲਿਆ ਸੀ ਇਹਦੇ ਵਾਂਗ ਹੋਰ ਕਿਹਦੇ ਤੋਂ ਲਏ ਆ ਜੀ, ਲੈ ਇਹਦੇ ਵਾਸਤੇ ਜਿੰਨਾ ਮਰਜ਼ੀ ਰਿਮਾਂਡ ਮੰਗੀ ਜਾਓ। ਸਵਾਲ ਇਸ ਵੇਲੇ ਇਹ ਥੋੜਾ ਕਿ ਉਹਦਾ ਰਿਮਾਂਡ ਲੈ ਕੇ ਉਹਦੇ ਕੋਲ ਕੁਝ ਬਰਾਮਦਗੀ ਕਰਨੀ ਹੈ ਜੀ, ਉਹਦੇ ਕੋਲ ਕਿਹੜੀਆਂ ਤੋਪਾਂ ਲੈਣੀਆਂ ਕਿ 147 ਲੈਣੀਆਂ। ਗੱਲ ਤਾਂ ਆਰਥਿਕ ਮਾਮਲਿਆਂ ਦੀ ਹੈ, ਪੈਸੇ ਧੇਲੇ ਦੀ ਹੈ, ਤੇ ਉਹ ਬਥੇਰਾ ਕੁਝ ਉਹਨੇ ਇਹੋ ਜਿਹਾ ਕੀਤਾ ਹੋਇਆ ਜਿਹਦੇ ਵਿੱਚ ਉਹ ਵੀ ਉਹਦੇ ਪਰਿਵਾਰ ਦੇ ਕੁਝ ਹੋਰ ਜੀ ਵੀ ਫਸਦੇ ਪਏ ਨੇ ਜੀ। ਅਜੇ ਤਾਂ ਸ਼ਾਰਦਾ ਚਿੱਟ ਫੰਡ ਵਾਲਾ ਮਾਮਲਾ ਜਿਹਦਾ ਉਹ ਜਦੋਂ ਉੱਠਿਆ, ਉਹ ਵੀ ਇਹਦੇ ਗੱਲ ਪਰਿਵਾਰ ਇਹ ਤੱਕ ਆਉਣੀ ਹੈ। ਇਹ ਜੇ ਕੋਈ ਆਖੇ ਕਿ ਚਿਦੰਬਰਮ ਇਹ 'ਚੋਂ ਬਚ ਜਾਵੇਗਾ, ਬਚਣ ਵਾਲੀ ਗੱਲ ਹੁਣ ਹੈ ਨਹੀਂ, ਬਲਕਿ ਹੁਣ ਤਾਂ ਅਸੀਂ ਇਹ ਸੋਚੀਏ ਕਿ ਜਿਹੜਾ ਉਹ ਕਹਿੰਦੇ ਹੁੰਦੇ ਨਾ ਕਿ ਖੂਹ 'ਚ ਡਿੱਗੀ ਇੱਟ ਫਿਰ ਸੁੱਕੀ ਨਹੀਂ ਨਿਕਲਦੀ ਹੁੰਦੀ ਜੀ। ਇਸ ਵੇਲੇ ਤਾਂ ਇਹ ਸਮਝਣਾ ਚਾਹੀਦਾ ਕਿ ਅਜੇ ਮੁੱਢਲਾ ਰਿਮਾਂਡ ਕੱਟਿਆ ਗਿਆ, ਇਹਨੇ ਬਥੇਰੀ ਚਾਰਾਜੋਈ ਕੀਤੀ, ਪੁਲਿਸ ਦੀ ਟੀਮ ਗਈ, ਐਨਫੋਰਸਮੈਂਟ ਵਾਲੇ ਗਏ ਤੇ ਨੌਕਰਾਂ ਤੋਂ ਅਖਵਾਤਾ ਕਿ ਚਿਦੰਬਰਮ ਸਾਹਿਬ ਘਰ ਹੀ ਨਹੀਂ, ਤੇ ਉਹਨਾਂ ਨੇ ਕੰਧਾਂ ਟੱਪ ਕੇ ਜਾ ਕੇ ਉੱਦਾਂ ਫੜਿਆ ਜਿਵੇਂ ਬੜੇ ਵੱਡੇ ਕਿਸੇ ਭਗੌੜੇ ਅਪਰਾਧੀ ਨੂੰ ਫੜੀਦਾ ਜੀ। ਉਸ ਵਕਤ ਤੱਕ ਇਹ ਭਗੌੜਾ ਨਹੀਂ ਸੀ, ਇਹਦੇ ਵਾਰੰਟ ਸੀ, ਹਾਈ ਕੋਰਟ ਨੇ ਅਗੇਤੀ ਜ਼ਮਾਨਤ ਰੱਦ ਕੀਤੀ ਸੀ ਜੀ, ਪਰ ਕਿਸੇ ਅਦਾਲਤ ਨੇ ਇਹਨੂੰ ਭਗੌੜਾ ਕਰਾਰ ਨਹੀਂ ਸੀ ਦਿੱਤਾ ਜੀ। ਕੋਈ ਡੀਸੈਂਸੀ ਹੁੰਦੀ ਹੈ, ਪਰ ਉਸ ਡੀਸੈਂਸੀ ਨੂੰ ਛੱਡ ਕੇ ਉਹਨਾਂ ਨੇ ਫੜਿਆ ਇਸ ਕਰਕੇ ਕਿਉਂਕਿ 21 ਦੀ 31 ਪਾਉਣੀ ਚਾਹੁੰਦੇ ਸੀ, ਜੋ ਇਹ ਕਰਦਾ ਰਿਹਾ ਸੀ ਉਹਦਾ ਕਰਕੇ ਉਹਨਾਂ ਕਰਤਾ। ਪਰ ਪਨੂ ਸਾਹਿਬ, ਦੂਸਰੇ ਪਾਸੇ ਚਿਦੰਬਰਮ ਸਾਹਿਬ ਦੀ ਜਿਹੜੀ ਪਾਰਟੀ ਹੈ ਉਹ ਉਹਨਾਂ ਦੀ ਪਿੱਠ ਤੇ ਆਣ ਖਲੋਤੀ ਹੈ। ਸੂਰਜੇਵਾਲਾ ਸਾਹਿਬ ਦਾ ਬਿਆਨ ਆ, ਉਹ ਕਹਿੰਦੇ ED ਤੇ CBI ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਬਦਲਾ ਲਊ ਮਹਿਕਮੇ ਬਣਾ ਲਿਆ ਜੀ ਭਾਜਪਾ ਨੇ, ਕਿਉਂਕਿ ਕਸੂਰ ਕੋਈ ਨਹੀਂ ਹੈਗਾ ਨਾ ਚਿਦੰਬਰਮ ਸਾਹਿਬ ਦਾ, ਨਾ ਉਹਨਾਂ ਦੇ ਬੇਟੇ ਦਾ, ਕਿਉਂਕਿ ਨਾ ਕੋਈ ਸਬੂਤ ਆ ਤੇ ਨਾ ਉਹ ਮੁਲਜ਼ਮ ਹੀ ਨੇ। ਪਰ ਜਿੱਦਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ, 40 ਸਾਲ ਤੋਂ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਸੀ, ਇਹ ਜਾਣਬੁੱਝ ਕੇ ਬਦਲਾ ਲੈਣ ਦੀ ਕਾਰਵਾਈ ਹੈ। 40 ਸਾਲ ਕਿਉਂ ਆ, 40 ਤੋਂ ਵੱਧ ਹੋ ਜਾਂਦੇ ਆ। ਇਹ ਉਹਨਾਂ ਦੀ ਪਾਰਟੀ ਨੇ ਕਿਹਾ ਅਫੀਸ਼ੀਅਲ 1985 ਦੇ ਵਿੱਚ ਇਹ ਮੰਤਰੀ ਬਣ ਗਿਆ ਸੀ, ਉਹਦੇ ਤੋਂ ਵੀ ਪਹਿਲਾਂ ਦਾ ਕਾਂਗਰਸ ਪਾਰਟੀ ਦੇ ਵਿੱਚ ਬੜੀ ਸੇਵਾ ਕਰ ਰਿਹਾ। ਸੇਵਾ ਨੇ ਵਾਕਈ ਬਹੁਤ ਕੀਤੀ ਹੋਵੇਗੀ ਜੀ, ਪਰ ਜਿੰਨੀ ਇਹਨੇ ਸੇਵਾ ਕੀਤੀ ਸੀ, ਲਾਲ ਕ੍ਰਿਸ਼ਨ ਅਡਵਾਨੀ ਦੀ ਸੇਵਾ ਇਹਦੇ ਤੋਂ ਘੱਟ ਸੀ ਜੀ। ਤੇ ਨਰਸਿਮਹਾ ਰਾਓ ਦੀ ਸਰਕਾਰ ਵੇਲੇ ਅਡਵਾਨੀ ਨੂੰ ਹਵਾਲਾ ਕਾਂਡ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਉਦੋਂ ਇਹ ਸੋਚਿਆ ਸੀ ਕਿ ਉਹਦੀ 40 ਸਾਲਾਂ ਤੋਂ ਵੱਧ ਸੇਵਾ, ਉਹ ਵੀ 1952 ਤੋਂ ਰਾਜਨੀਤੀ ਸੀ ਜੀ। ਜਦੋਂ ਤੋਂ ਇੱਥੇ ਪਾਕਿਸਤਾਨ 'ਚੋਂ ਉਜੜ ਕੇ ਆਏ ਅਤੇ ਇੱਥੇ ਆ ਕੇ ਉਹ ਭਾਜਪਾ ਤੇ ਉਦੋਂ ਹੁੰਦੀ ਨਹੀਂ ਸੀ, ਅਜੇ ਭਾਰਤੀ ਜਨਸੰਘ ਵੀ ਨਹੀਂ ਬਣੀ ਜੀ। ਅਜੇ ਤੇ
ਹਿੰਦੂ ਮਹਾਸਭਾ ਸੀ, ਉਦੋਂ ਤੋਂ ਲੈ ਕੇ ਉਹ ਰਾਜਨੀਤੀ ਸੀ। ਉਹ ਤਾਂ ਕਹਿੰਦੇ ਉਹਦੀ ਵੀ ਸੇਵਾ ਬਹੁਤ ਸੀ। ਉਹਨੂੰ ਫੜਿਆ ਸੀ ਕਿ ਨਹੀਂ ਫੜਿਆ ਜੀ। ਮਦਨ ਲਾਲ ਖੁਰਾਣਾ ਨੂੰ ਫੜਿਆ ਸੀ ਕਿ ਨਹੀਂ ਫੜਿਆ। ਬੂਟਾ ਸਿੰਘ ਸਾਡੇ ਪੰਜਾਬ ਦਾ ਸੀ, ਉਹਨੂੰ ਗ੍ਰਿਫਤਾਰ ਕੀਤਾ ਸੀ ਕਿ ਨਹੀਂ ਜੀ। ਕਿੰਨਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਨਰਸਿਮਹਾ ਰਾਓ ਦੀ ਸੇਵਾ ਘੱਟ ਸੀ, ਸਾਬਕਾ ਪ੍ਰਧਾਨ ਮੰਤਰੀ ਸੀ, ਔਰ ਹਿੰਦੁਸਤਾਨ ਦੀ ਤਰੱਕੀ ਵਾਸਤੇ ਕਿ ਹਿੰਦੁਸਤਾਨ ਤਰੱਕੀ ਕਰ ਜਾਵੇ ਉਹ ਇੱਕ ਚੰਦਰੇ ਜੇ ਸਵਾਮੀ ਤੋਂ ਸੱਦ ਕੇ ਹਵਨ ਕਰਾਉਂਦਾ ਰਿਹਾ ਸੀ ਜੀ। ਤੇ ਉਸੇ ਤਰ੍ਹਾਂ ਹੀ ਲੈਣ ਦੇਣ ਕਰਦਾ ਰਿਹਾ ਸੀ। ਤੇ ਮੁੜ ਕੇ ਉਸੇ ਦੀ ਕਿਰਪਾ ਨਾਲ ਇੱਕ ਕੋਹੜੀ 'ਚ ਚੰਦਰਾ ਸਵਾਮੀ ਪਿਆ ਸੀ ਤੇ ਇੱਕ ਕੋਹੜੀ 'ਚ ਨਰਸਿਮਹਾ ਰਾਓ ਪਿਆ ਸੀ ਜੀ। ਜੇਲ੍ਹ ਦੇ ਵਿੱਚ ਦੋਵੇਂ। ਉਦੋਂ ਨਹੀਂ ਸੀ ਪਤਾ। ਜਦੋਂ ਨਰਸਿਮਹਾ ਰਾਓ ਨੇ ਆਖਿਆ ਸੀ ਲਾ ਵਿਲ ਟੇਕ ਇਟਸ ਓਨ ਕੋਰਸ, ਜੀ। ਕਾਨੂੰਨ ਆਪਣਾ ਰਸਤਾ ਆਪ ਅਖਤਿਆਰ ਕਰੇਗਾ, ਤੇ ਡਾਕਟਰ ਮਨਮੋਹਨ ਸਿੰਘ, ਪੀ ਚਿਦੰਬਰਮ ਤੋਂ ਲੈ ਕੇ ਸਾਰੇ ਦੇ ਸਾਰੇ ਕਾਂਗਰਸੀ ਸ਼ਰਦ ਪਵਾਰ ਤੱਕ ਕਹਿੰਦੇ ਸਨ ਕਿ ਲਾ ਵਿਲ ਟੇਕ ਇਟਸ ਓਨ ਕੋਰਸ। ਜੀ। ਹੁਣ ਜਦੋਂ ਦੂਸਰਿਆਂ ਦੀ ਸਰਕਾਰ ਹੈ ਉਹ ਵੀ ਕਹਿਣਗੇ ਲਾ ਵਿਲ ਟੇਕ ਇਟਸ ਓਨ ਕੋਰਸ। ਜੀ। ਉਹ ਕਹਿਣਗੇ ਜੀ ਕਾਨੂੰਨ ਆਪਣਾ ਰਸਤਾ ਅਖਤਿਆਰ ਕਰ ਰਿਹਾ। ਉਹ ਵੀ ਉਦੋਂ ਕਹਿੰਦੇ ਸੀ ਸਾਡੇ ਉੱਤੇ ਨਜਾਇਜ਼ ਕੇਸ ਬਣਾਏ ਜਾ ਰਹੇ, ਇਹ ਵੀ ਕਹਿੰਦੇ ਆ। ਰਹਿ ਗਈ ਗੱਲ ਐਨਫੋਰਸਮੈਂਟ ਡਾਇਰੈਕਟੋਰੇਟ ਤੇ CBI ਦੀ, ਇਨਕਮ ਟੈਕਸ ਦੇ ਜਿਹੜੀਆਂ ਏਜੰਸੀਆਂ ਉਹਨਾਂ ਦੀ। ਇਹ ਹੁਣ ਕਿਹੜੀ ਕਹਿਣ ਵਾਲੀ ਗੱਲ ਹੈ? ਇਹ ਤਾਂ ਸੁਪਰੀਮ ਕੋਰਟ 'ਚ 50 ਵਾਰੀ ਗੱਲ ਸਾਹਮਣੇ ਆ ਚੁੱਕੀ ਹੈ ਕਿ ਜਿਹਦੀ ਸਰਕਾਰ ਹੁੰਦੀ ਹੈ ਇਹ ਏਜੰਸੀਆਂ ਉਹਦੀਆਂ ਫਰਮਾਂ ਬਰਦਾਰ ਹੁੰਦੀਆਂ। ਜੀ। ਉਹ ਜਿਹਦੇ ਮਗਰ ਕਹੇ ਨਾ ਵੀ ਪੈ ਜਾਓ, ਫਿਰ ਉਹਨੂੰ ਘੇਰਨ ਵਾਸਤੇ ਸਾਰੀਆਂ ਏਜੰਸੀਆਂ ਰਸਤੇ ਲੈ ਕੇ ਭੱਜ ਉੱਠਦੀਆਂ ਨੇ ਤੇ ਉਹਨਾਂ ਚਿਰ ਤੱਕ ਕੁਛ ਨਹੀਂ ਕਰਦੀਆਂ। ਔਰ ਇਹ ਵੀ ਹੈ ਕਿ ਜਿਹੜਾ ਬੰਦਾ ਸਭ ਤੋਂ ਵੱਡਾ ਚੋਰ ਗਿਣਿਆ ਜਾਂਦਾ ਸੀ ਜੀ ਤੇ ਜਿਹਨੇ PWD ਘੁਟਾਲਾ ਕੀਤਾ ਸੀ ਅਸਾਮ 'ਚ, ਉਹਦੇ ਮਗਰ ਏਜੰਸੀਆਂ ਪਈਆਂ ਸੀ, ਰੋਜ਼ ਸੱਦ ਕੇ ਪੁੱਛਗਿੱਛ ਕਰਦੀਆਂ ਸੀ, ਕਹਿੰਦੇ ਸੀ ਅੱਜ ਗ੍ਰਿਫਤਾਰ, ਸ਼ਾਮ ਨੂੰ ਗ੍ਰਿਫਤਾਰ, ਭਲਕੇ ਗ੍ਰਿਫਤਾਰ। ਜਦੋਂ ਭਾਜਪਾ ਸ਼ਾਮਿਲ ਹੋ ਗਿਆ ਉਹਦੇ ਸਾਰੇ ਵਾਰੰਟ ਕੈਂਸਲ ਹੋ ਗਏ, ਫਿਰ ਭਾਜਪਾ ਨੇ ਟਿਕਟ ਦੇ ਦਿੱਤੀ, MLA ਬਣ ਗਿਆ। ਜਿਹੜੇ PWD ਦਾ ਮਹਿਕਮਾ ਜਿੱਥੇ ਉਹਨੇ ਘਪਲਾ ਕੀਤਾ ਸੀ, ਮੁੜ ਕੇ ਉਹਨੂੰ ਫਿਰ ਉਸੇ ਘਪਲੇ ਵਾਲੇ ਮਹਿਕਮੇ ਦਾ ਮੰਤਰੀ ਬਣਾਤਾ। ਉੱਥੇ ਨਹੀਂ ਪਤਾ ਲੱਗਾ। ਇਹ ਜੇ ਕਿਤੇ ਚਿਦੰਬਰਮ ਨੂੰ ਥੋੜ੍ਹੀ ਜਿਹੀ ਚਵਾਨੀ ਕਦੇ ਵੀ ਅਕਲ ਹੁੰਦੀ ਜੀ। ਵੇਲੇ ਸਿਰ ਉਹ ਵੀ ਕਹਿੰਦਾ ਜੀ 4 ਸਾਲ ਕੱਟਣੇ ਆ, ਮੈਂ ਵੀ ਭਾਜਪਾ 'ਚ ਸ਼ਾਮਿਲ ਹੋ ਜਾਣਾ, ਉਹਨੂੰ ਕਿਸੇ ਨੇ ਫੜਨਾ ਹੀ ਨਹੀਂ ਸੀ। ਹੁਣ ਇਹ ਏਜੰਸੀਆਂ ਦਾ ਇਸ ਵੇਲੇ ਜਿਹੜਾ ਇਹਨਾਂ ਦੀ ਭਰੋਸੇਯੋਗਤਾ ਜਿਹੜੀ ਹੈ ਜੀ ਉਹ ਕਾਫੀ ਖੋਰਾ ਲੱਗ ਚੁੱਕਾ। ਮਾਇਆਵਤੀ ਨੇ ਠੀਕ ਆਖਿਆ ਸੀ ਪਾਰਲੀਮੈਂਟ 'ਚ ਕਿ ਤੁਸੀਂ ਮਨਮੋਹਨ ਸਿੰਘ ਨੂੰ ਕਹਿੰਦੇ ਹੋ ਕਿ ਉਹਦੇ ਵੇਲੇ CBI ਜਿਹੜੀ ਉਹ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਦੀ ਹੈ। ਜਦੋਂ ਵਾਜਪਾਈ ਸਰਕਾਰ ਸੀ ਤੁਸੀਂ ਨਹੀਂ CBI ਨੂੰ ਮੇਰੇ ਮਗਰ ਲਾਇਆ। ਵਾਜਪਾਈ ਦੀ ਸਰਕਾਰ ਵੇਲੇ ਮਾਇਆਵਤੀ ਦੇ ਮਗਰ ਲਾਇਆ ਸੀ। ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ CBI ਨੂੰ ਕਈਆਂ ਦੇ ਮਗਰ ਲਾਇਆ ਗਿਆ। ਹੁਣ ਨਰਿੰਦਰ ਮੋਦੀ ਦੀ ਹੱਥ 'ਚ ਸਰਕਾਰ ਆ, ਦੇਖੋ ਵੀ ਜਿਸ ਕੀ ਲਾਠੀ ਉਸ ਕੀ ਭੈਂਸ, ਕੰਮ ਤਾਂ ਇੱਦਾਂ ਚੱਲਦਾ। ਸੋ ਮਤਲਬ ਡਾਂਗ ਹੀ ਬਦਲੀ ਹੈ, ਪਹਿਲਾਂ ਉਹਨਾਂ ਦੇ ਹੱਥ ਸੀ, ਹੁਣ ਉਹਨਾਂ ਦੇ ਹੱਥ ਹੈ ਜੀ। ਡਾਂਗ ਤੇ ਉਹੀ ਹੈ, ਡਾਂਗ ਵਾਲਾ ਹੱਥ ਬਦਲ ਗਿਆ। ਅੱਛਾ ਮਨ ਸਾਹਿਬ, ਆਖਰੀ ਗੱਲ ਮੈਂ ਪੁੱਛਣੀ ਚਾਹੁੰਦਾ ਜੀ ਕਿ ਕੱਲ ਰਵਿਦਾਸ ਭਾਈਚਾਰੇ ਵੱਲੋਂ ਦਿੱਲੀ ਦੇ ਵਿੱਚ ਜੰਤਰ ਮੰਤਰ ਵਿਖੇ ਬੜਾ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਗਿਆ। ਬਹੁਤ ਸਾਰੇ ਲੀਡਰ ਵੀ ਉੱਥੇ ਗਏ ਸੀਗੇ। ਉੱਥੋਂ ਕੁਝ ਕੁ ਖਬਰਾਂ ਇਹ ਵੀ ਆਈਆਂ ਜੀ ਕਿ ਸ਼ਾਇਦ ਕੋਈ ਤੋੜ ਭੰਨ ਵੀ ਹੋਈ ਹੈ। ਤੇ ਅੱਜ ਦੀ ਜੇ ਮੈਂ ਖਬਰ ਦੱਸਾਂ ਤੁਹਾਨੂੰ ਤਾਂ ਅੱਜ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਹਾ ਜੀ ਕਿ ਵੀ ਅਸੀਂ ਰਵਿਦਾਸ ਭਾਈਚਾਰੇ ਦੇ ਲਈ ਮੰਦਿਰ ਬਣਾ ਕੇ ਦੇਵਾਂਗੇ, ਪਰ ਸ਼ਰਤ ਇਹ ਹੈ ਕਿ ਜਿਹੜੀ ਜ਼ਮੀਨ ਆ ਉਹ ਕੇਂਦਰ ਵਾਲੀ ਸਰਕਾਰ ਸਾਨੂੰ ਦੇਵੇ, ਅਲਾਟ ਕਰ ਦੇਵੇ। ਤੁਸੀਂ ਇਸ ਮੁੱਦੇ ਨੂੰ ਕਿਵੇਂ ਦੇਖਦੇ? ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਸਿਆਸਤ ਨਾ ਕਰੋ, ਪਰ ਉਹ ਫਿਰ ਵੀ ਚੱਲਦੀ ਹੈ ਜੀ। ਸਿਆਸਤ ਤਾਂ ਚੱਲਦੀ, ਕਈ ਵਾਰੀ ਸਿਆਸਤ ਸਿੱਧੀ ਕਰਨ ਦੇ ਬਜਾਏ ਵਿਗੜੇ ਢੰਗ ਨਾਲ ਕੀਤੀ ਜਾਂਦੀ ਹੈ। ਹੁਣ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਸੁਪਰੀਮ ਕੋਰਟ ਦੇ ਮਾਮਲੇ 'ਚ ਦਖਲ ਨਹੀਂ ਦਿਆਂਗੇ, ਮੰਦਿਰ ਤੁਹਾਨੂੰ ਬਣਾ ਕੇ ਦਿੰਦੇ ਹਾਂ, ਪਰ ਜ਼ਮੀਨ ਉਹ ਸਾਨੂੰ ਲੈ ਕੇ ਦੇਵੇ ਕੇਂਦਰ ਸਰਕਾਰ। ਜੀ। ਨਾ ਨੌਮਨ ਤੇਲ ਹੋਵੇ ਤੇ ਨਾ ਰਾਧਾ ਨੱਚੇ, ਨਾ ਕੇਂਦਰ ਸਰਕਾਰ ਜ਼ਮੀਨ ਦੇਵੇ, ਨਾ ਦਿੱਲੀ ਸਰਕਾਰ ਜਿਹੜੀ ਹੈ ਉਹ ਮੰਦਿਰ ਬਣਾਵੇ। ਜੀ। ਇਹਦੇ ਉੱਤੇ ਆ ਕੇ ਗੱਲ ਅਟ ਗਈ। ਪੰਜਾਬ ਦੇ ਵਿੱਚ ਅਕਾਲੀ ਕਹਿੰਦੇ ਜੀ ਮੰਦਿਰ ਤੇ ਅਸੀਂ ਬਣਾ ਕੇ ਦੇ ਦੇਣਾ, ਤੇ ਭਾਜਪਾ ਵਾਲੇ ਕਹਿੰਦੇ ਜੀ ਅਸੀਂ ਸਾਡੀ ਸਰਕਾਰ ਅਸੀਂ ਜਾ ਕੇ ਉੱਥੇ ਗੱਲ ਕਰਾਂਗੇ। ਤੇ ਜੇ ਗੱਲ ਕਰਨੀ ਆ ਤੇ ਤੁਸੀਂ ਕਿਸੇ ਪਾਂਧੇ ਤੋਂ ਮਹੂਰਤ ਕਢਾਉਣਾ। ਜੀ। ਹੁਣ ਤੱਕ ਇੱਥੇ ਪੰਜਾਬ 'ਚ ਬੈਠੇ ਹਵਾ 'ਚ ਤਲਵਾਰਾਂ ਮਾਰਦੇ ਹੋ। ਤੁਸੀਂ ਰਵਿਦਾਸ ਭਾਈਚਾਰੇ ਦੇ ਲੋਕਾਂ ਨੂੰ ਗੱਲੀ ਬਾਤੀ ਪਤਿਆਉਣ ਦਾ ਯਤਨ ਕਰਦੇ ਪਏ ਆ ਜੀ। ਤੁਹਾਡੇ 'ਚੋਂ ਕਿਸੇ ਨੇ ਜਾ ਕੇ ਦਿੱਲੀ ਦੇ ਵਿੱਚ ਗੱਲ ਕੀਤੀ? ਜਦੋਂ ਪਤਾ ਕਿ DDA ਨੇ ਸਾਰਾ ਕੰਮ ਕੀਤਾ ਤੇ DDA ਦਿੱਲੀ ਡਿਵੈਲਪਮੈਂਟ ਅਥਾਰਟੀ ਕੇਂਦਰ ਸਰਕਾਰ ਦੇ ਅਰਬਨ ਡਿਵੈਲਪਮੈਂਟ ਮਹਿਕਮੇ ਦੇ ਅੰਡਰ ਕੰਮ ਕਰਦੀ ਹੈ, ਤੇ ਫਿਰ ਹੁਣ ਤੱਕ ਉੱਥੇ ਜਾ ਕੇ ਕਹਿੰਦੇ ਜੀ ਸਾਡਾ ਤਾਂ ਪੰਜਾਬ 'ਚ ਸੱਤਿਆਨਾਸ਼ ਹੋਣ ਡਿਆ, ਰਵਿਦਾਸ ਭਾਈਚਾਰਾ ਨਾਰਾਜ਼ ਹੋ ਗਿਆ। ਉੱਥੇ ਇਹਨਾਂ 'ਚੋਂ ਕਿਸੇ ਨੇ ਜਾ ਕੇ ਗੱਲ ਨਹੀਂ ਕੀਤੀ ਜੀ। ਇੱਥੇ ਗੱਲੀ ਬਾतें ਸੁਪਨੇ ਵਿਖਾਈ ਜਾਂਦੇ ਨੇ। ਸੋ ਰਵਿਦਾਸ ਭਾਈਚਾਰੇ ਵਾਲਿਆਂ ਨੇ ਜਦੋਂ ਜਾ ਕੇ ਉੱਥੇ ਦਿੱਲੀ ਦੇ ਵਿੱਚ ਧਰਨਾ ਮਾਰਨਾ ਚਾਹਿਆ, ਪੁਲਿਸ ਨੇ ਆਖਿਆ ਤੁਸੀਂ ਇੱਥੇ ਨਹੀਂ ਮਾਰ ਸਕਦੇ, ਉੱਥੇ ਜਾਓ। ਸਾਨੂੰ ਇੱਥੋਂ ਭਜਾਉਣਾ ਨਹੀਂ, ਉੱਥੇ ਜਾਓ। ਇਸ ਗੱਲ ਤੇ ਕੁਝ ਭੜਕਾਟ ਫੈਲੀ ਜੀ। ਕਹਿੰਦੇ ਆ ਉੱਥੇ ਕੋਈ ਲਾਠੀ ਚਾਰਜ ਹੋਇਆ, ਟਵੱਟਾ ਚੱਲਿਆ, ਪਤਾ ਨਹੀਂ ਕਿੰਨਾ ਚੱਲਿਆ ਕਿੰਨਾ ਨਹੀਂ। ਮੇਰੇ ਕੋਲ ਦੀਆਂ ਸਾਰੀਆਂ ਰਿਪੋਰਟਸ ਨਹੀਂ ਗਈਆਂ। ਜਿਹੜੀਆਂ ਰਿਪੋਰਟਸ ਨੇ ਉਹ ਇੱਕ ਦੂਸਰੇ ਨਾਲ ਕੰਟਰਾਡਿਕਟ ਨੇ। ਪਰ ਵੱਡੀ ਗੱਲ ਇਹ ਨਹੀਂ ਕਿ ਲਾਠੀ ਚਾਰਜ ਹੋਇਆ। ਲਾਠੀ ਚਾਰਜ ਤੇ ਉਹਨਾਂ ਵਿਚਾਰਿਆਂ ਨੇ ਕਈ ਵਾਰ ਚੱਲੇ ਹੋਏ ਨੇ ਜੀ। ਵੱਡੀ ਗੱਲ ਇਹ ਨਹੀਂ ਕਿ ਟਵੱਟਾ ਚੱਲਿਆ। ਉਹ ਤੇ ਇੱਥੇ
ਕਿਸਾਨਾਂ ਦੀ ਐਜੀਟੇਸ਼ਨ ਵਿੱਚ ਵੀ ਚੱਲ ਸਕਦਾ, ਮਜ਼ਦੂਰਾਂ ਦੇ ਵਿੱਚ ਵੀ ਚੱਲ ਸਕਦਾ। ਇੱਥੇ ਇੱਕ ਰੋਡ ਐਕਸੀਡੈਂਟ ਹੋ ਜੇ ਤੇ ਉੱਥੇ ਵੀ ਲੋਕੀ ਕਹਿੰਦੇ ਡਰਾਈਵਰ ਨੂੰ ਫਾਹੇ ਲਾਓ, ਫਾਹੇ ਲਾਓ, ਫਾਹੇ ਲਾਓ। ਆ ਪਰਸੋਂ ਦੀ ਗੱਲ ਹੈ, ਇੱਕ ਕਾਰ ਉਲਟ ਕੇ ਤੇ ਨੈਸ਼ਨਲ ਹਾਈਵੇ ਤੇ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਚਲੀ ਗਈ ਜੀ, ਤੇ ਉਧਰੋਂ ਆਉਂਦੇ ਟਰੱਕ 'ਚ ਵੱਜੀ ਤੇ ਟਰੱਕ ਵਾਲੇ ਦਾ ਕੀ ਕਸੂਰ ਹੈ? ਆਪਣੀ ਸਾਈਡ ਤੋਂ ਉਲਟ ਕੇ ਦੂਜੇ ਪਾਸੇ ਚਲੀ ਗਈ, ਪਰ ਕੇਸ ਟਰੱਕ ਵਾਲੇ ਤੇ ਬਣ ਗਿਆ। ਇਹ ਸਾਡਾ ਦੇਸ਼ ਇਸ ਤਰ੍ਹਾਂ ਦਾ, ਉਹਦੇ ਵਿੱਚ ਇਟਵੱਟਾ ਵੀ ਚੱਲਦਾ, ਲਾਠੀਚਾਰਜ ਹੋਵੇ। ਵੱਡੀ ਗੱਲ ਇਹ ਨਹੀਂ ਲਾਠੀਚਾਰਜ, ਵੱਡੀ ਗੱਲ ਇਹ ਨਹੀਂ ਕਿ ਇਟਵੱਟਾ, ਵੱਡੀ ਗੱਲ ਇਹ ਆ ਕਿ ਉਸ ਭਾਈਚਾਰੇ ਦੇ ਨਾਲ ਇੱਕ ਬੇਇਨਸਾਫੀ ਹੋਈ ਹੈ ਕਿ ਉਹਨਾਂ ਦਾ ਧਰਮ ਸਥਾਨ ਸੀ ਜਿਹੜਾ ਤੋੜ ਦਿੱਤਾ ਗਿਆ। ਅੱਗੋਂ ਕੇਸ ਦੀ ਪੈਰਵਾਈ ਠੀਕ ਤਰ੍ਹਾਂ ਕੀਤੀ ਨਹੀਂ ਜਾ ਸਕੀ। ਸੁਪਰੀਮ ਕੋਰਟ ਦੇ ਬਾਰੇ ਅਸੀਂ ਕੋਈ ਕਿੰਤੂ ਨਹੀਂ ਕਰਦੇ, ਕਿਉਂਕਿ ਸੁਪਰੀਮ ਕੋਰਟ ਜਸਟਿਸ ਚੰਦਰਾਚੂੜ ਨੇ ਪਿਛਲੇ ਹਫ਼ਤੇ ਆਖਿਆ ਕਿ ਅਸੀਂ ਤਾਂ ਸਬੂਤਾਂ ਦੇ ਆਧਾਰ ਤੇ ਫੈਸਲਾ ਕਰਦੇ ਹਾਂ, ਜੋ ਸਾਡੇ ਕੋਲ ਸਬੂਤ ਹੈ। ਹੁਣ ਉਹਨਾਂ ਦਾ ਨਹੀਂਗਾ। ਜੇ ਇਹ ਸਰਕਾਰਾਂ, ਜੇ ਸਿਆਸੀ ਪਾਰਟੀਆਂ, ਜੇ ਸਿਆਸੀ ਆਗੂ ਸੱਚਮੁੱਚ ਮਸਲੇ ਹੱਲ ਕੱਢਣਾ ਚਾਹੁੰਦੇ ਆ ਤੇ ਉੱਥੇ ਜਾ ਕੇ ਕੁਝ ਕਰਕੇ ਵਿਖਾਉਣ, ਹੱਥਾਂ ਤੇ ਸਰੋਂ ਜਮਾ ਕੇ ਵਿਖਾਉਣ। ਇੱਥੇ ਗੱਲੀ ਬਾਤੀ ਨਹੀਂ ਕੁਝ ਵੀ ਬਣਨਾ। ਮਨੂ ਸਾਹਿਬ, ਤੁਸੀਂ ਆਏ, ਸਮਾਂ ਕੱਢਿਆ, ਤੁਹਾਡਾ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਹੁਣ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।